ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮਰਾਰ, ਕੰਸ ਕਿਰਤਾਰਥ ਕੀਓ। ਉਗਰ ਸੈਨ ਕੋ ਰਾਜ, ਅਪਹਿ ਭਗਤ ਹੈ ਜਨ ਦੀਓ। ਕਲ ਜੁਗ ਪਰਮਾਨ ਨਾਨਕ, ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਵ ਚਲ ਅਟਲ, ਆਦਿ ਪੁਰਖ ਫਰਮਾਇਓ। ਅਵ ਰਾਖੋ ਦਾਸ ਭਾਟ ਕੀ ਲਾਜ, ਜੈਸੇ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰਨਾਖਸ ਫਾਰੇ ਕਰ ਆਜ, ਹੁਣ ਦਰੋਵਤੀ ਲਾਜ ਰੱਖੀ ਹਰ ਪ੍ਰਭ ਜੀ। ਸ਼ੀਨਤ ਵਸਤ ਦੀਨ ਬਹੁ ਸਾਜ, ਸੋ ਧਾਮਾ ਅਪਦਾ ਤੇ ਰਾਖਿਆ। ਗਣ ਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ। ਰਾਖੋ ਦਾਸ ਭਾਟ ਕੀ ਲਾਜ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੂਹੀ। ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉਪਰ ਮਰਨਾ। ਜੋ ਦਿਨ ਆਵਹਿ ਸੋ ਦਿਨ ਜਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਰਨਾ ਨਿਧਾਨ ਅੰਤਰਜਾਮੀ, ਭਗਤ ਵਤਸਲ ਦੀਨਾ ਬੰਧੂ, ਲੋਕ ਪਰਲੋਕ ਦੇ ਰਖਿਅਕ, ਕਿਰਪਾ ਦੇ ਖਜ਼ਾਨੇ। ਗੁਰਤਾ ਗੱਦੀ ਤੇ ਸੁਭਾਏ ਮਾਨ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ। ਸ਼ਬਦਾ ਅਵਤਾਰ ਜਗਤ ਗੁਰੂ, ਜੁਗੋ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼, ਰਹਿਮਤ ਦਾ ਸਦਕਾ ਹਰ ਰੋਜ਼ ਦੀ ਤਰ੍ਹਾਂ ਬੇਅੰਤ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਚਰਨਾਂ 'ਚ ਪਹੁੰਚ ਕਰਕੇ ਆਪਣੇ ਜੀਵਨ ਦਾ ਕੁਝ ਸਮਾਂ, ਕੁਝ ਸਵਾਸ, ਜਿਸ ਵਾਸਤੇ ਇਸ ਜੀਵਨ ਨੂੰ ਇਹ ਮਨੁੱਖ ਦੇਹੀ ਪ੍ਰਾਪਤ ਹੋਈ ਹੈ, ਉਸ ਕਾਰਜ ਨੂੰ ਕਰਨ ਵਾਸਤੇ, ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾਉਣ ਵਾਸਤੇ ਜੋ ਮਾਈ ਭਾਈ ਗੁਰਮੁਖ ਪਿਆਰੇ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਪਹੁੰਚਦੇ ਗੁਰਮੁਖੋ, ਬਹੁਤ ਹੀ ਵੱਡੇ ਭਾਗਾਂ ਦੀ ਨਿਸ਼ਾਨੀ। ਇਸ ਤੋਂ ਉੱਪਰ ਵੱਡੇ ਭਾਗ ਜੀਵ ਦੇ ਹੋ ਹੀ ਨਹੀਂ ਸਕਦੇ। ਜਦੋਂ ਇਹ ਜੀਵ ਗੁਰਦੇਵ ਮਹਾਰਾਜ ਦੇ ਚਰਨਾਂ 'ਚ ਪਹੁੰਚ ਕਰਕੇ
ਦੇਵਤਿਆਂ ਤੇ ਹੰਸਾਂ ਦੀ ਨਿਆਈ। ਮਾਨ ਸਰੋਵਰ ਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਹੀਰੇ ਲਾਲ ਜਵਾਹਰ ਮਾਣਕ ਇਤ ਆਦਿਕ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਗੁਣ ਪ੍ਰਾਪਤ ਕਰਨ ਵਾਸਤੇ, ਗੁਣ ਗ੍ਰਹਿਣ ਕਰਨ ਵਾਸਤੇ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਪਹੁੰਚਦਾ ਹੈ। ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗੁਰਮੁਖੋ ਸੁੰਦਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ। ਜੋ ਪਾਵਨ ਪਵਿੱਤਰ ਹੁਕਮਨਾਮਾ ਸ੍ਰੀ ਮੁਖਵਾਕ ਮੁਬਾਰਕ ਰਸਨਾ ਹੈ ਭਗਤ ਰਵਿਦਾਸ ਜੀ ਦੀ, ਜਿਨ੍ਹਾਂ ਦੇ ਬਾਬਤ, ਜਿਨ੍ਹਾਂ ਦੀ ਸਿਫਤ, ਜਿਨ੍ਹਾਂ ਦੀ ਵਡਿਆਈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਸਿਰਫ ਕੀਤੀ ਹੀ ਨਹੀਂ, ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ 'ਚ ਅੰਕਿਤ ਕਰਵਾਈ। ਭਗਤ ਰਵਿਦਾਸ ਜੀ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਭਗਤ ਭਗਤ ਜਗ ਬੱਝਿਆ, ਚੌਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ, ਕੁਲਾ ਧਾਰ ਢੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਮੁਬਾਰਕ ਰਸਨਾ ਭਗਤ ਰਵਿਦਾਸ ਮਹਾਰਾਜ ਜੀ ਦੀ, ਜਿਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਇਸ ਜੀਵ ਨੂੰ ਜੋ ਅਟਲ ਹੁਕਮ ਹੈ ਅਕਾਲ ਪੁਰਖ ਪਰਮਾਤਮਾ ਦਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਜੋ ਵੀ ਸੰਸਾਰ ਤੇ ਆਇਆ ਉਸ ਨੂੰ ਇਸ ਸੰਸਾਰ ਤੋਂ ਜਾਣਾ ਪੈਣਾ, ਭਾਵੇਂ ਉਹ ਬ੍ਰਹਮਾ ਹੈ, ਭਾਵੇਂ ਉਹ ਵਿਸ਼ਨੂੰ ਹੈ, ਤੇ ਭਾਵੇਂ ਉਹ ਸ਼ਿਵ ਜੀ ਹੈ, ਭਾਵੇਂ ਉਹ ਇੰਦਰ ਹੈ, ਭਾਵੇਂ ਉਹ 33 ਕਰੋੜ ਦੇਵਤੇ ਹਨ। ਜੋ ਵੀ ਇਸ ਸੰਸਾਰ ਤੇ ਆਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਵੀ ਉਸ ਨੂੰ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਪੈਣਾ। ਲੱਖ ਉਹ ਯਤਨ ਕਰੇ, ਰਿੱਧੀਆਂ ਸਿੱਧੀਆਂ, ਤਪ ਸਾਧਨਾ, ਜਿੰਨੀ ਮਰਜ਼ੀ ਸ਼ਕਤੀ ਦਾ ਇਸਤੇਮਾਲ ਕਰੇ, ਪਰਮਾਤਮਾ ਵੱਲੋਂ ਪ੍ਰਾਪਤ ਹੋਈ ਆਰਜੂ, ਪਰਮਾਤਮਾ ਵੱਲੋਂ ਪ੍ਰਾਪਤ ਹੋਈ ਸਵਾਸਾਂ ਦੀ ਪੂੰਜੀ, ਪਰਮਾਤਮਾ ਵੱਲੋਂ ਪ੍ਰਾਪਤ ਹੋਇਆ ਇਹ ਜੀਵਨ ਦਾ ਸਮਾਂ, ਇੱਕ ਤਿਲ ਮਾਤਰ ਵੀ ਜੀਵ ਆਪਣੀ ਮਰਜ਼ੀ ਦੇ ਨਾਲ ਵੱਧ ਸਮਾਂ ਇਸ ਧਰਤੀ ਤੇ ਰਹਿ ਨਹੀਂ ਸਕਦਾ। ਭਗਤ ਰਵਿਦਾਸ ਜੀ ਨੇ ਇਸ ਮਨੁੱਖ ਦੇ ਹਿਰਦੇ 'ਚ ਬੈਰਾਗ ਪੈਦਾ ਕਰਨ ਵਾਸਤੇ ਇਹਨੂੰ ਇੱਕ ਅਟਲ ਸਚਾਈ ਮੌਤ ਚੇਤੇ ਕਰਾਈ ਵੀ ਹੈ ਜੀਵ, ਤੂੰ ਸਦਾ ਰਹਿਣ ਵਾਸਤੇ ਇਸ ਸੰਸਾਰ ਤੇ ਨਹੀਂ ਆਇਆ। ਇਹ ਸੰਸਾਰ ਇੱਕ ਸਰਾਂ ਦੀ ਤਰ੍ਹਾਂ ਹੈ, ਮੁਸਾਫਰਖਾਨੇ ਦੀ ਤਰ੍ਹਾਂ ਹੈ, ਤੇ ਕੋਈ ਇਸ ਮੁਸਾਫਰਖਾਨੇ 'ਚ ਵੱਧ ਸਮਾਂ ਰਹਿ ਗਿਆ, ਕੋਈ ਘੱਟ ਸਮਾਂ ਰਹਿ ਗਿਆ, ਕੋਈ ਮਾਤਾ ਦੀ ਪੇਟ 'ਚ ਯਾਤਰਾ ਪੂਰੀ ਹੋ ਗਈ। ਇਹ ਤਾਂ ਵਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਹੈ। ਜੋ ਉਪਜਿਓ ਸੋ ਬਿਨਸ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ। ਉਪਜਿਓ ਦਾ ਅਰਥ ਹੁੰਦਾ ਵੀ ਜਿਹਦਾ ਜਨਮ ਹੋਇਆ, ਜੋ ਬੋਰਨ ਹੋਇਆ, ਉਸ ਨੂੰ ਇਸ ਸੰਸਾਰ ਤੋਂ ਜਾਣਾ ਹੀ ਪੈਣਾ, ਭਾਵੇਂ 4 ਯੁੱਗ ਜਿੰਨੀ ਉਹਦੀ ਆਰਜਾ ਕਿਉਂ ਨਾ ਹੋਵੇ। ਜੇ ਯੁੱਗ 4 ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਜਿੰਨੀ ਮਰਜ਼ੀ ਉਮਰ ਹੋਵੇ,
ਪਰ ਜੇ ਪਰਮਾਤਮਾ ਦੀ ਬੰਦਗੀ, ਭਗਤੀ, ਸਿਮਰਨ, ਸਾਧਨਾ, ਮੌਤ ਦੀ ਯਾਦ ਨਹੀਂ ਤੇ ਇਹ ਸਾਰਾ ਹੀ ਸਮਾਂ ਇਸ ਜੀਵ ਦਾ ਵਿਅਰਥ ਚਲੇ ਜਾਂਦਾ। ਕਾਣੀ ਕੌਡੀ ਕੀਮਤ ਰੱਬੀ ਦਰਗਾਹ ਦੇ ਵਿੱਚ ਨਹੀਂ ਪੈਣੀ। ਸੰਸਾਰ ਪਾ ਸਕਦਾ, ਪਰਿਵਾਰ ਸਾਡੀ ਕੀਮਤ ਪਾ ਸਕਦਾ, ਸਮਾਜ ਜਾਂ ਦੇਸ਼ ਪਾ ਦੇਵੇਗਾ ਸਾਡੀ ਕੀਮਤ, ਪਰ ਪਰਮਾਤਮਾ ਦੇ ਚਰਨਾਂ 'ਚ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਤੋਂ ਬਗੈਰ ਜਿੰਨੀ ਵੀ ਜ਼ਿੰਦਗੀ ਜੀਵ ਨੇ ਜੀ ਆ ਉਹਦੀ ਕੋਈ ਕੀਮਤ ਨਹੀਂ ਪੈਣੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਫਿਰ ਹਵਾਲਾ ਦਿੰਦੇ, ਪ੍ਰਮਾਣ ਦਿੰਦੇ, ਆਧਾਰਨਾ ਦਿੰਦੇ, ਫਿਰ ਨਾਮ ਲਿਖਦੇ ਵੇ ਜੀਵ ਨੂੰ ਸਮਝ ਆ ਜਾਵੇ। ਰਾਮ ਗਇਓ ਰਾਵਣ ਗਇਓ, ਇੱਕ ਯੁੱਗ ਦੇ ਅਵਤਾਰ ਦਾ ਨਾਮ ਤੇ ਇੱਕ ਯੁੱਗ ਦੇ ਵੱਡੇ ਹੰਕਾਰੀ ਰਾਖਸ਼ ਦਾ ਨਾਮ। ਦੁਨਿਆਵੀ ਤੌਰ 'ਤੇ ਜਿਹਦੇ ਘਰ ਦੇ ਵਿੱਚ ਨੌਕਰਾਂ ਵਾਂਗੂ ਇਹ ਦੇਵੀ ਦੇਵਤੇ ਕੰਮ ਕਰ ਰਹੇ ਆ, ਦੁਨਿਆਵੀ ਤੌਰ 'ਤੇ ਜਿਸ ਪਲੰਘੇ 'ਤੇ ਉਹ ਆਰਾਮ ਕਰਦਾ ਉਸ ਦੇ ਪਾਵੇ ਦੇ ਨਾਲ ਉਸਨੇ ਮੌਤ ਨੂੰ ਬੰਨ੍ਹਿਆ ਹੋਇਆ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ ਵੇ ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਵੱਡੇ ਨਾਮ ਲੈ ਕੇ ਇਹਨਾਂ ਦੇ ਪਰਿਵਾਰ ਵਰਗੇ ਇਸ ਸੰਸਾਰ 'ਤੇ ਕੋਈ ਰਿਹਾ ਨਹੀਂ ਤੇ ਕੇਵਲ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰਨ, ਭਗਤੀ ਤੇ ਬੰਦਗੀ ਸਫਲ ਮੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ। ਕੇਵਲ ਤੇ ਕੇਵਲ ਕਬੀਰ ਏਕ ਖੜੀ ਆਦਿ ਖੜੀ, ਆਦਿ ਹੂੰ ਤੇ ਆਦ। ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਭਗਤ ਰਵਿਦਾਸ ਜੀ ਕਿ ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ। ਜਿਸ ਗਿਆਨ ਦੀ ਪ੍ਰਾਪਤੀ ਵਾਸਤੇ ਤੂੰ ਸੰਸਾਰ 'ਤੇ ਆਇਆ ਸੀ, ਉਹ ਗਿਆਨ ਪ੍ਰਾਪਤ ਹੋਣਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚੋਂ, ਸਤਸੰਗਤ 'ਚੋਂ, ਗੁਰ ਸ਼ਬਦ ਦੀ ਵਿਚਾਰ 'ਚੋਂ। ਪਰ ਤਾਂ ਸਮਾਂ ਹੀ ਨਹੀਂ ਕੱਢਿਆ। ਬਸ ਅੱਜ ਕੱਲ੍ਹ ਕਰਦਿਆਂ ਕਬੀਰ ਟਾਲੈ ਟੋਲੈ ਦਿਨ ਗਿਆ, ਵਿਆਜ ਬੜੰਤੋ ਜਾਏ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਨਾ ਸਿਮਰਨ ਭਜਨ ਬੰਦਗੀ ਕੀਤੀ ਤੇ ਨਾ ਤੇਰਾ ਜੋ ਜੀਵਨ ਹੈ ਇਹ ਸਫਲ ਹੋਇਆ। ਭਗਤ ਰਵਿਦਾਸ ਜੀ ਕਿਰਪਾ ਕਰਦੇ ਵੇ, ਹੈ ਜੀਵ ਤੂੰ ਦੇਖ, ਜੋ ਦਿਨ ਜਾ ਰਿਹਾ, ਜੋ ਘੜੀ ਪਲ ਜਾ ਰਿਹਾ ਤੇਰੇ ਜੀਵਨ 'ਚੋਂ, ਜੋ ਮਹੀਨੇ ਸਾਲ ਲੰਘ ਗਏ, ਇਹ ਸਮੇਂ ਨੇ ਮੁੜ ਕੇ ਨਹੀਂ ਆਉਣਾ। ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਨੀ। ਗੁਰੂ ਤੇਗ ਬਹਾਦਰ ਮਹਾਰਾਜ ਜੀ। ਰਾਮ ਭਜ ਰਾਮ ਭਜ, ਇਹ ਹੈ ਤੇਰਾ ਕਾਜ ਹੈ। ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਰਾਮ ਭਜ ਜਨਮ ਸਰਾਤ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਪਰਮਾਤਮਾ ਨੂੰ ਤੂੰ ਭੁੱਲ ਕੇ ਵਸਾਰ ਕੇ ਜੀਵਨ ਦਾ ਸਮਾਂ ਵਿਅਰਥ ਗਵਾ ਰਿਹਾ। ਅਕਾਲ ਪੁਰਖ ਪਰਮਾਤਮਾ ਨੇ ਇਹ ਜੋ ਜੀਵਨ ਸਵਾਸ ਤੈਨੂੰ ਮਨੁੱਖ ਜਾਮਾ ਭਜਨ ਬੰਦਗੀ ਦੇ ਵਾਸਤੇ ਪ੍ਰਾਪਤ ਕਰਵਾਇਆ।
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹੋ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਭਾਵ ਇੱਥੇ ਸਦਾ ਦਾ ਘਰ ਨਹੀਂ ਹੈ। ਜੋ ਵੀ ਜੀਵ ਇਸ ਧਰਤੀ ਤੇ ਆਇਆ, ਉਸ ਨੇ ਇੱਕ ਦਿਨ ਇਸ ਧਰਤੀ ਤੋਂ ਜਾਣਾ ਅਵੱਸ਼ ਹੈ। ਇਹ ਅਟਲ ਹੁਕਮ ਹੈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ। ਧੰਨ ਭਗਤ ਰਵਿਦਾਸ ਜੀ ਕਿਰਪਾ ਕਰਦੇ ਸੂਹੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 793 ਤੇ 94 ਤੇ ਇਹ ਪਾਵਨ ਪਵਿੱਤਰ ਜੋ ਸ੍ਰੀ ਮੁਖ ਵਾਕ ਗੁਰ ਸ਼ਬਦ ਹੁਕਮਨਾਮਾ ਇਹ ਸੁਭਾਏਮਾਨ ਹੋ ਰਿਹਾ ਹੈ। ਭਗਤ ਰਵਿਦਾਸ ਜੀ ਕਿਰਪਾ ਕਰਦੇ ਵੀ ਜੋ ਦਿਨ ਆਵ ਹੈ ਸੋ ਦਿਨ ਜਾਹੀ। ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਦਿਨ ਚੜ੍ਹ ਗਿਆ ਸਮਝ ਲਓ ਗਿਆ, ਜਿਹੜੀ ਰਾਤ ਸ਼ੁਰੂ ਹੋ ਗਈ ਸਮਝ ਲਓ ਗਈ। ਨਾਲ ਹੀ ਵੀ ਜਿਸ ਨੂੰ ਇਹ ਜਨਮ ਮਿਲਿਆ ਤੇ ਸਮਝ ਲਓ ਵੀ ਮੌਤ ਵੀ ਆਈ। ਵੀ ਜਨਮ ਨੇ ਛਿਨ ਛਿਨ ਕਰਕੇ, ਦਿਨ ਦਿਨ ਕਰਕੇ, ਪਹਿਰ ਪਹਿਰ, ਘੜੀ ਘੜੀ, ਪਲ ਪਲ, ਨਿਮਕ ਨਿਮਕ ਕਰਕੇ ਇਹ ਖਤਮ ਹੋ ਜਾਣਾ। ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਕਿੰਨਾ ਸੁੰਦਰ ਪ੍ਰਮਾਣ ਦਿੱਤਾ ਵੀ ਕੱਚੇ ਘੜੇ 'ਚ ਪਾਣੀ ਭਰਿਓ, ਤੇ ਜਿਸ ਤਰ੍ਹਾਂ ਉਸ ਘੜੇ 'ਚੋਂ ਪਾਣੀ ਸਿਮ ਸਿਮ ਕੇ ਪਾਣੀ ਖਤਮ ਹੋ ਜਾਂਦਾ ਘੜੇ ਦੇ ਵਿੱਚੋਂ, ਇਸੇ ਤਰ੍ਹਾਂ ਇਹ ਸਰੀਰ ਰੂਪੀ ਘੜੇ ਦੇ ਵਿੱਚ ਜੋ ਪਰਮਾਤਮਾ ਨੇ ਸਵਾਸ ਪਾਏ, ਇਹ ਇੱਕ ਇੱਕ ਕਰਕੇ ਇਹ ਸਵਾਸ ਤੇਰੇ ਜੀਵਨ ਦੇ ਖਤਮ ਹੋ ਜਾਣੇ, ਸਵਾਸਾਂ ਦੀ ਪੂੰਜੀ। ਤੇ ਸੰਸਾਰ ਨੇ ਤੈਨੂੰ ਮਰਿਆ ਹੋਇਆ ਘੋਸ਼ਿਤ ਕਰ ਦੇਣਾ। ਭਗਤ ਕਬੀਰ ਜੀ ਬਖਸ਼ਿਸ਼ ਕਰਦੇ, ਕਹਿੰਦੇ ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਭਰਤ ਹੈ, ਯਾ ਤਨ ਕੀ ਇਹ ਵਡਾਈ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਭਗਤ ਕਬੀਰ ਜੀ ਕਹਿੰਦੇ ਵੈਸੇ ਤਾਂ ਕਿਆ ਜਾਣਾ ਕਿ ਮਰਹਾਂਗੇ, ਕੈਸਾ ਮਰਨਾ ਹੋਏ। ਭਗਤ ਕਬੀਰ ਜੀ ਕਹਿੰਦੇ ਮੰਨ ਵੀ ਲਈਏ ਵੀ ਤੇਰਾ ਅੰਤਮ ਸੰਸਕਾਰ 4 ਪ੍ਰਾਣੀਆਂ ਨੇ ਕਰ ਹੀ ਦਿੱਤਾ, ਤੇ ਦੇਖਦਿਆਂ ਦੇਖਦਿਆਂ ਇਸ ਸਰੀਰ ਦੀ ਸੁਆਹ ਬਣ ਜਾਣੀ ਆ। ਹਵਾ ਨੇ ਉਸ ਸੁਆਹ ਨੂੰ ਵੀ ਅੜਾਹ ਕਰਕੇ ਲੈ ਜਾਣਾ, ਤੇ ਇਹ 5 ਤੱਤਾਂ ਦਾ ਸਰੀਰ, 5 ਭੂਤਕ ਸਰੀਰ ਇੱਕ ਦਿਨ ਮਿੱਟੀ ਹੋ ਜਾਣਾ। ਫਿਰ ਜਿੰਨੀ ਵੀ ਧਰਤੀ ਆ, ਕੋਈ ਮਿੱਟੀ ਦਾ ਐਸਾ ਕਣ ਨਹੀਂ ਜਿਸ ਦੇ ਵਿੱਚ ਇਹ ਮਨੁੱਖ ਸਰੀਰ ਦੀ ਮਿੱਟੀ ਨਾ ਹੋਵੇ। ਇੱਕ ਇੱਕ ਜਗ੍ਹਾ ਤੇ ਪਤਾ ਨਹੀਂ ਕਿੰਨੇ ਕੁ ਇਹ ਸਰੀਰ ਦਫਨ ਹੋ ਗਏ, ਉਹਨਾਂ ਦਾ ਸੰਸਕਾਰ ਹੋ ਗਿਆ, ਕਿੰਨੇ ਕੁ ਸਰੀਰ ਮਿੱਟੀ ਬਣ ਗਏ, ਕੋਈ ਅੰਦਾਜ਼ਾ ਨਹੀਂ ਹੈ। ਭਗਤ ਕਬੀਰ ਜੀ ਕਿਰਪਾ ਕਰਦੇ, ਜਬ ਜਰੀ ਹੈ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਜੇ ਤਾਂ ਸੰਸਕਾਰ ਹੋ ਗਿਆ ਠੀਕ ਹੈ, ਨਹੀਂ ਤਾਂ ਤੇਰੇ ਬਚਦੇ ਹੋਏ ਧੜ ਨੂੰ ਇਹ ਕੀੜਿਆਂ ਦਾ ਦਲ ਆਵੇਗਾ, ਤੇ ਉਹ ਹੱਡੀਆਂ ਨੂੰ ਚਰੂਣ ਚਰੂਣ ਕੇ ਖਾ ਜਾਵੇਗਾ। ਤੇ ਤੂੰ ਦੇਖ ਤਾਂ ਸਹੀ ਇਹ ਜੀਵਨ ਕੀ ਹੈ। ਤੂੰ ਬਿਲਕੁਲ ਭੁੱਲ ਕੇ ਪਰਮਾਤਮਾ ਪਰਮੇਸ਼ਰ ਨੂੰ ਅਗਿਆਨਤਾ ਤੇ ਅਵਿਦਿਆ ਦੀ ਨੀਂਦ 'ਚ ਸੁੱਤਾ ਪਿਆ। ਕਬੀਰ ਸੂਤਾ ਕਿਆ ਕਰੈ, ਜਾਗ ਰੋਏ ਪੈ ਦੁੱਖ। ਜਾ ਕਾ ਬਾਸਾ ਗੌਰ ਮੈਂ, ਸੋ ਕਿਉਂ ਸੋਵੈ ਸੁਖ। ਕਹਿੰਦੇ ਜਿਹਦਾ ਟਿਕਾਣਾ ਹੀ ਜ਼ਿੰਦਗੀ ਦਾ ਅੰਤ ਹੀ ਸ਼ਮਸ਼ਾਨ ਹੈ, ਉਹ ਕਿਸ ਤਰ੍ਹਾਂ ਅਵੇਸਲਾ ਹੋ ਕੇ ਜ਼ਿੰਦਗੀ ਜੀ ਸਕਦਾ। ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪਹਿ ਮਰਾਰ।
ਇੱਕ ਦਿਨ ਸੋਵਨ ਹੋਏਗੋ ਲਾਂਬੇ ਗੌਂਡ ਪਸਾਰ। ਇੱਕ ਦਿਨ ਤੂੰ ਐਸਾ ਸੌਣਾ ਸਾਰਾ ਸੰਸਾਰ ਜੋਰ ਲਾਵੇ ਤੂੰ ਉੱਠ ਨਹੀਂ ਸਕਦਾ। ਕਬੀਰ ਸੁੱਤਾ ਕਿਆ ਕਰੈ, ਬੈਠਾ ਰਹੋ ਅਰ ਜਾਗ। ਜਾ ਕੇ ਸੰਗ ਤੇ ਵਿਸ਼ਰਾ ਤਾਹੀ ਕੇ ਸੰਗ ਲਾਗ। ਜਨਮਾਂ ਜਨਮਾਤਰਾਂ ਤੋਂ ਜਿਸ ਪਰਮਾਤਮਾ ਦੇ ਨਾਲੋਂ ਤੂੰ ਵਿਛੜਿਆ ਹੋਇਆ, ਤੂੰ ਗੁਰਦੇਵ ਦੇ ਚਰਨਾਂ 'ਚ ਪਹੁੰਚ ਕੇ ਸਤ ਸੰਗਤ ਸਿਮਰ ਸਾਧਨਾ ਕਰਕੇ ਭਗਤੀ ਬੰਦਗੀ ਤੇ ਸੇਵਾ ਕਰਕੇ ਪਰਮਾਤਮਾ ਦੇ ਨਾਲ ਤੇਰਾ ਮਿਲਾਪ ਹੋ ਸਕਦਾ। ਇਹ 84 ਲੱਖ ਜੂਨਾਂ 'ਚੋਂ ਇੱਕ ਮਨੁੱਖ ਜੋ ਜੂਨੀ ਆ, ਇਹ ਦਰਵਾਜ਼ਾ ਤੈਨੂੰ ਮਿਲਿਆ। ਇਸ ਦਰਵਾਜ਼ੇ ਦੇ ਰਾਹੀਂ ਤੂੰ ਪਰਮਾਤਮਾ ਤੱਕ ਪਹੁੰਚ ਸਕਦਾ ਜੇ ਤੂੰ ਕੋਸ਼ਿਸ਼ ਕਰੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਗੁਰਮੁਖ ਪਿਆਰਿਓ, ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਸਹਿਜ-ਕ੍ਰਿਤੀ 'ਚ ਬਖਸ਼ਿਸ਼ ਕਰਦੇ ਸਾਡੇ ਵਜੂਦ ਦੇ ਬਾਰੇ ਦੱਸਦੇ ਹੈ ਕਿ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣੈ ਨਵੰਤ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਣੈ। ਗੋਵਿੰਦ ਨਾਮੰ ਨੈ ਸਮਰੰਤ ਅਗਿਆਨੀ ਜਾਨੰਤ ਆਸਤਰੰ ਦੁਰਲਭ ਦੇ ਉਦਰੰਤ ਸਾਧ ਸਰਨ ਨਾਨਕ ਹਰ 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 ਹਰੇ ਜਪੰਤ। ਇਹ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ। ਜਿੱਥੇ ਬਚਨ ਆਉਂਦੇ ਨਾ, ਬਿਸ਼ਟਾ ਅਸਤ ਰਕਤ ਪਰੇਟੇ ਚਾਮ, ਇਸ ਉੱਪਰ ਲੈ ਰਾਖਿਓ ਗੁਮਾਨ। ਤੂੰ ਇਸ ਦਾ ਹੰਕਾਰ ਕਰਦਾ, ਸਰੀਰ ਦੇਖ ਤਾਂ ਸਹੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਵੀ ਕਾਚ ਕੋਟੰ, ਇਹ ਕੱਚ ਦਾ ਕੋਠਾ ਹੈ। ਕੋਈ ਪਤਾ ਨਹੀਂ ਜਦੋਂ ਸਮਾਂ ਆ ਜਾਣਾ ਤੇ ਕਿਣਕਾ ਲੱਗਾ ਠਨਕਾ ਤੇ ਇਹ ਟੁੱਟ ਜਾਣਾ ਕੱਚ ਦੇ ਬਰਤਨ ਵਾਂਗੂ। ਰਚੰਤ ਤੋਯੰ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੇ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਇਸ ਸਰੀਰ ਨੂੰ ਬਣਾਉਣਾ ਕੀਤਾ। ਲੇਪਨੰ ਰਕਤ ਚਰਮਣੈ, ਇਹਦੇ ਉੱਪਰ ਜੋ ਪੜਦਾ ਹੈ ਉਹ ਚੰਮ ਦਾ ਪਾ ਦਿੱਤਾ, ਸਾਰੀ ਮਸ਼ੀਨਰੀ ਫਿੱਟ ਕਰਕੇ। ਨਵੰਤ ਦੁਆਰੰ ਭੀਤ ਰਹਿਤੰ, 9 ਦੁਆਰੇ ਪ੍ਰਗਟਿਆ 9 ਗੋਲਕਾਂ, ਤੇ ਜਿੱਥੇ ਪਰਮਾਤਮਾ ਦਾ ਵਾਸਾ ਉਹ ਗੁਪਤ ਹੈ। ਬਾਏ ਰੂਪੰਗ ਅਸਥੰਭਣੈ, ਇਸ ਸਰੀਰ ਰੂਪੀ ਕੋਠੇ ਦਾ ਜਿਹੜਾ ਆਸਰਾ ਉਹ ਹਵਾ ਆ। ਅਸੀਂ ਸਾਰੇ ਮੰਨਦੇ ਹਾਂ ਵੀ ਇੱਕ ਸਾਹ ਦਾ ਆਦਮੀ ਹੈ, ਹਵਾ ਆ ਗਈ ਅੰਦਰ ਤੇ ਠੀਕ ਹੈ, ਨਹੀਂ ਆਈ ਤੇ ਖੇਡ ਖਤਮ ਹੈ। ਮਤ ਕੇ ਜਾਪੇ ਸਾਹ ਆਵੈ ਕਿ ਨਾ ਆਵੈ ਰਾਮ, ਬਾਹਰੋਂ ਸਾਹ ਅੰਦਰ ਚਲ ਗਿਆ ਤੇ ਠੀਕ ਆ, ਨਹੀਂ ਤਾਂ ਢਹਿ ਢੇਰੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣੈ ਨਵੰਤ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਣੈ। ਹਵਾ ਦਾ ਇਸ ਨੂੰ ਆਸਰਾ ਹੈ। ਪਰ ਮਹਾਰਾਜ ਜੀ ਕਹਿੰਦੇ ਗੋਵਿੰਦ ਨਾਮੰ ਨੈ ਸਮਰੰਤ ਅਗਿਆਨੀ ਜਾਨੰਤ ਅਸਤਰਿੰ, ਕਹਿੰਦੇ ਸਿਮਰਨ ਕਰਦਾ ਨਹੀਂ। ਇਸ ਬਾਬਰੇ ਨੇ ਇਹ ਸਮਝ ਲਿਆ ਕਿ ਦੁਨੀਆ ਮਰਦੀ, ਮੈਂ ਨਹੀਂ ਮਰਨਾ। ਮਹਾਰਾਜ ਜੀ ਕਹਿੰਦੇ ਪਾਰ ਉਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ, ਅਵਰ ਮੁਏ ਕਿਆ ਸੋਗ ਕਰੀਜੈ ਤੋ ਕੀਜੈ ਜੋ ਆਪਨ ਜੀਜੈ। ਭਗਤ ਕਬੀਰ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਗੋਬਿੰਦ ਨਾਮੰ ਨੈ ਸਮਰੰਤ ਅਗਿਆਨੀ ਜਾਨੰਤ ਆਸਤਰੰ ਦੁਰਲਭ ਦੇ ਉਦਰੰਤ ਸਾਧ ਸਰਨ ਨਾਨਕ। ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਤੇਰਾ ਪਾਰ ਉਤਾਰਾ ਹੋ ਜਾਊਗਾ।
ਸਤ ਸੰਗਤ ਕਰ ਲੈ, ਸਤਿਗੁਰਾਂ ਦੇ ਚਰਨਾਂ 'ਚ ਆ ਜਾ, ਭਜਨ ਬੰਦਗੀ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰ ਲੈ। ਇਹਨਾਂ ਜੂਨਾਂ 'ਚ ਜਾਣ ਤੋਂ ਤੂੰ ਬਚ ਜਾਊਂਗਾ, ਨਰਕਾਂ ਦੀ ਅੱਗ 'ਚੋਂ ਸੜਨ ਤੋਂ ਬਚ ਜਾਊਂਗਾ, ਜਮਾਂ ਦੀ ਮਾਰ ਤੋਂ ਤੂੰ ਬਚ ਜਾਊਂਗਾ, ਟੇਢੀਆਂ ਮੇਢੀਆਂ ਜੂਨਾਂ ਤੋਂ ਤੇਰਾ ਬਚਾਅ ਹੋ ਜਾਵੇਗਾ। ਦੁਰਲਭ ਦੇ ਉਦਰੰਤ ਸਾਧ ਸਰਨ ਨਾਨਕ, ਹਰ 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 ਹਰੇ ਜਪੰਤ। ਮਨ ਕਰਕੇ, ਤਨ ਕਰਕੇ, ਮਨ ਵਚ ਕਰਮ ਕਰਕੇ, ਸੋਚ ਵਿਚਾਰ ਖਿਆਲ ਕਰਕੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰ ਲੈ ਤੇ ਤੇਰਾ ਸੰਸਾਰ ਤੇ ਆਉਣਾ ਸਫਲ ਹੋ ਜਾਵੇਗਾ। ਭੈ ਵਿੱਚ ਜੰਮੇ ਭੈ ਰਹਿਣ, ਭੈ ਵਿੱਚ ਮਰ ਗੁਰ ਸਿੱਖ ਜਵੰਦੇ। ਜਿਹੜੇ ਗੁਰਸਿੱਖ ਹੈ ਉਹਨਾਂ ਦਾ ਸੰਸਾਰ ਤੇ ਆਉਣਾ ਵੀ ਉਹ ਪਰਮਾਤਮਾ ਦੇ ਹੁਕਮ ਦੀ ਪਹਿਚਾਣ ਕਰ ਲੈਂਦੇ ਆ। ਇਸ ਸੰਸਾਰ ਤੇ ਰਹਿਣਾ ਵੀ ਅਕਾਲ ਪੁਰਖ ਪਰਮਾਤਮਾ ਦੀ ਆਗਿਆ ਨੂੰ ਸੱਤ ਕਰਕੇ ਮੰਨਦੇ ਆ। ਜਦੋਂ ਸੰਸਾਰ ਤੇ ਜਾਂਦੇ ਆ ਤਾਂ ਖਿੜੇ ਮੱਥੇ ਮੌਤ ਨੂੰ ਪ੍ਰਵਾਨ ਕਰਕੇ ਤੇ ਸੱਪ ਦੀ ਕੁੰਜ ਵਾਂਗੂ ਹਾਥੀ ਆਪਣੇ ਗਲ ਦੀ ਮਾਲਾ ਜਿੱਦਾਂ ਉਤਾਰਨ ਦੇ ਸਮੇਂ ਕੋਈ ਗਰੇਜ ਨਹੀਂ ਕਰਦਾ, ਇਸੇ ਤਰ੍ਹਾਂ ਸਿਮਰਨ ਭਜਨ ਬੰਦਗੀ ਵਾਲਾ ਇਸ ਸੰਸਾਰ ਤੇ ਸਰੀਰ ਰੂਪੀ ਕੋਠੇ ਨੂੰ ਛੱਡ ਕੇ ਚਲੇ ਜਾਂਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ, ਪਾਂਚ ਤਤ ਕੋ ਤਨ ਰਚਿਓ, ਜਾਨਹੁ ਚਤਰਸ ਜਾਣ। ਪਾਣੀ, ਅੱਗ, ਹਵਾ, ਧਰਤੀ ਤੇ ਆਕਾਸ਼। ਕਹਿੰਦੇ ਸਾਰੇ ਨਹੀਂ ਜਾਣਦੇ, ਕੋਈ ਗਿਆਨੀ ਪੁਰਸ਼ ਜਾਣਦਾ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਕਹਿੰਦੇ ਮਰਨੇ ਤੇ ਕਿਆ ਡਰਪਣਾ, ਜਬ ਹਾਥ ਸਧੌਰਾ ਲੀਨ। ਇਹ ਮੌਤ ਕੀ ਹੈ, ਕੁਛ ਵੀ ਨਹੀਂ। ਇਹ ਤਾਂ ਪੰਜ ਤੱਤ ਸਰੀਰ ਦੇ ਵਿੱਚ ਸੀ, ਹੁਣ ਪੰਜਾਂ ਤੱਤਾਂ ਦੇ ਵਿੱਚ ਇਹ ਅਭੇਦ ਹੋ ਗਏ ਤੇ ਇਹ ਅਕਾਲ ਪੁਰਖ ਪਰਮਾਤਮਾ ਦਾ ਅਟਲ ਹੁਕਮ ਹੈ। ਪਰ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਇਸ ਮੌਤ ਨੂੰ ਹੀ ਆਖਿਆ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਜਿਹੜਾ ਬੂੰਦ ਰੂਪ ਜੀਵ ਸਾਗਰ ਰੂਪ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ, ਉਸ ਦਾ ਇਸ ਸੰਸਾਰ ਤੇ ਆਉਣਾ, ਇਸ ਸੰਸਾਰ ਤੇ ਰਹਿਣਾ ਤੇ ਇਸ ਸੰਸਾਰ ਤੋਂ ਜਾਣਾ, ਗੁਰਮੁਖ ਪਿਆਰਿਓ, ਉਹ ਸਫਲ ਹੋ ਜਾਂਦਾ। ਤੇ ਇੱਕ ਬਾਦਸ਼ਾਹ, ਉਸ ਦਾ ਮੌਤ ਦਾ ਸਮਾਂ ਆ ਗਿਆ। ਜਮ ਕਾਲ ਸਹੈ ਸਿਰ ਡੰਡਾ ਹੈ। ਉਹਨੇ ਆਪਣੀਆਂ ਮੰਤਰੀਆਂ ਤੇ ਜੋਤਸ਼ੀਆਂ ਤੇ ਵੈਦਾ ਹਕੀਮਾਂ ਨੂੰ ਬੁਲਾਇਆ ਕਿ ਮੈਨੂੰ ਸੁਪਨਾ ਆਇਆ ਤੜਕਸਾਰ ਵੀ ਜਿਸ ਤਰ੍ਹਾਂ ਮੇਰੀ ਮੌਤ ਹੈ, ਕਹਿੰਦੇ ਇਸ ਦਾ ਕੋਈ ਉਪਾਅ ਦੱਸੋ, ਕੋਈ ਬਚਾਅ ਦੱਸੋ। ਤੇ ਮੇਰੇ ਕੰਮ ਅਜੇ ਬਹੁਤ ਕਰਨ ਵਾਲੇ ਹਨ। ਤੇ ਜਿਸ ਤਰ੍ਹਾਂ ਕਲਯੁਗੀ ਜੀਵ ਦੀ ਇਹ ਆਦਤ ਹੈ, ਇਹ ਜਿੱਦਾਂ ਜਿੱਦਾਂ ਮੌਤ ਦੇ ਲਾਗੇ ਜਾਂਦਾ ਉੱਦਾਂ ਉੱਦਾਂ ਇਹਦੀਆਂ ਵਾਸ਼ਨਾਵਾਂ, ਇਸ ਦੀਆਂ ਕਾਮਨਾ ਹੋਰ ਵੱਧਦੀਆਂ ਜਾਂਦੀਆਂ, ਘਟਦੀਆਂ ਨਹੀਂ। ਚਾਹੀਦਾ ਇਹ ਸੀ ਕਿ ਸੰਕੋਚਣਾ ਵਿਰਤੀ ਨੂੰ, ਪਰ ਗਾਂਹ ਤੋਂ ਗਾਂਹ ਇਹ ਹੋਰ ਵਾਸ਼ਨਾ ਵਧਾਈ ਜਾਂਦਾ, ਜਿਹਦੇ ਕਰਕੇ ਇਹ 84 ਲੱਖ ਜੂਨਾਂ 'ਚ ਪਿਆ ਹੀ ਰਹਿੰਦਾ। ਜਦੋਂ ਉਸ ਬਾਦਸ਼ਾਹ ਨੇ ਭਰੀ ਸਭਾ ਦੇ ਵਿੱਚ ਆਪਣਾ ਸੁਪਨਾ ਦੱਸਿਆ, ਇੱਕ ਸਿਆਣਾ ਮੰਤਰੀ ਜੋਤਸ਼ੀ ਉੱਠਿਆ। ਉਸਨੇ ਆਖਿਆ, ਬਾਦਸ਼ਾਹ ਤੁਹਾਨੂੰ ਮੌਤ ਨਹੀਂ ਆ ਸਕਦੀ, ਅਜੇ ਹੋਰ ਲੰਮੀ ਉਮਰ ਤੁਸੀਂ ਜੀ ਸਕਦੇ ਆ। ਛੋਟਾ ਜਿਹਾ ਇੱਕ ਕਾਰਨ ਹੈ, ਇੱਕ ਕਾਰਜ ਹੈ, ਉਹ ਤੁਹਾਨੂੰ ਕਰਨਾ ਪਊਗਾ। ਬਾਦਸ਼ਾਹ ਕਹਿੰਦੇ ਵੀ
ਮੌਤ ਨਾ ਆਵੇ। ਜੋ ਕੁਝ ਵੀ ਤੁਸੀਂ ਕਹੋ ਮੈਂ ਕਰਾਂਗਾ। ਜਿੰਨੀ ਮਰਜ਼ੀ ਪੂੰਜੀ ਲੱਗ ਜਵੇ, ਧਨ ਲੱਗ ਜੇ, ਜੋ ਕੁਛ ਵੀ ਮਨ ਨੂੰ ਕਰਨਾ ਪੈ ਜਵੇ। ਉਹ ਕਹਿੰਦੇ ਤਵੇਲੇ ਦੇ ਵਿੱਚੋਂ ਨਾ ਜਿਹੜਾ ਬਹੁਤ ਤੇਜ਼ ਘੋੜਾ ਨੱਠਦਾ, ਉਹਦੇ ਤੇ ਕਰਕੇ ਸਵਾਰੀ ਤੇ ਬਹੁਤ ਦੂਰ ਬਾਦਸ਼ਾਹ ਸਲਾਮਤ ਤੂੰ ਨਿਕਲ ਜਾ। ਫਿਰ ਜੋ ਸੁਪਨਾ ਆਇਆ ਤੈਨੂੰ ਮੌਤ ਦਾ, ਤੇਰੇ ਅੰਦਰ ਇਹ ਡਰ ਅਤੇ ਭੈ ਹੈ ਮਰਨ ਦਾ, ਇਹ ਖਤਮ ਹੋ ਜਾਵੇਗਾ। ਲੰਮੀ ਆਰਜੂ ਤੈਨੂੰ ਮਿਲ ਜਾਵੇਗੀ। ਫਿਰ ਵਾਪਸ ਆ ਕੇ ਇਹ ਰਾਜ ਭਾਗ ਸੰਭਾਲ ਲੈਣਾ ਕਰੀ। ਤੇ ਗੁਰਮੁਖ ਪਿਆਰਿਓ, ਮੌਤ ਤੋਂ ਡਰਦੇ ਮਾਰੇ ਨੇ ਬਹੁਤ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਘੋੜੇ ਤੇ ਕਰਕੇ ਸਵਾਰੀ ਤੇ ਘੋੜੇ ਨੂੰ ਬਹੁਤ ਦੌੜਾ ਰਿਹਾ। ਜਦੋਂ ਸ਼ਾਮਾਂ ਦਾ ਸਮਾਂ ਪੈ ਗਿਆ, ਘੋੜਾ ਥੱਕ ਟੁੱਟ ਕੇ ਖੜੋ ਗਿਆ, ਕਿਉਂਕਿ ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ। ਮੌਤ ਦਾ ਡਰ ਹੀ ਐਸਾ ਹੈ, ਇਹ ਜੀਵ ਖਾਣਾ ਪੀਣਾ ਭੁੱਲ ਜਾਂਦਾ। ਤੇ ਜਦੋਂ ਸ਼ਾਮਾਂ ਦਾ ਸਮਾਂ ਹੋਇਆ, ਇੱਕ ਦਰਖਤ ਸੀ, ਉਹਦੇ ਥੱਲੇ ਘੋੜਾ ਖਲੋ ਗਿਆ। ਰਾਜੇ ਨੇ ਪਲਾਕੀ ਮਾਰ ਕੇ ਥੱਲੇ ਛਾਲ ਮਾਰੀ, ਥੱਲੇ ਖੜੋ ਗਿਆ। ਨਾਲੇ ਹੀ ਮੌਤ ਨੇ ਆਵਾਜ਼ ਦੇ ਦਿੱਤੀ। ਉਹਨੇ ਥਾਪੀ ਦਿੱਤੀ ਘੋੜੇ ਨੂੰ ਵੀ, ਤੇ ਰਾਜੇ ਦੇ ਮੋਢਿਆਂ ਤੇ ਵੀ ਹੱਥ ਮਾਰਿਆ ਮੌਤ ਨੇ। ਕਹਿੰਦੇ ਸ਼ਾਬਾਸ਼ ਤੁਹਾਡੇ, ਵੀ ਪੂਰੇ ਟਾਈਮ ਦੇ ਨਾਲ ਤੁਸੀਂ ਆਪਣੀ ਜਗ੍ਹਾ ਤੇ ਪਹੁੰਚ ਗਏ। ਜਦੋਂ ਬਾਦਸ਼ਾਹ ਨੇ ਦੇਖਿਆ ਵੀ ਜਿਸ ਮੌਤ ਤੋਂ ਡਰ ਕੇ ਮੈਂ ਐਨੀ ਦੂਰ ਆਇਆ, ਇਹ ਮੈਨੂੰ ਸ਼ਾਬਾਸ਼ ਦੇ ਰਹੀ ਹੈ, ਕਹਿੰਦੇ ਬਿਲਕੁਲ ਸਹੀ ਟਾਈਮ ਤੇ ਤੂੰ ਇੱਥੇ ਪਹੁੰਚ ਗਿਆ, ਕਿਉਂਕਿ ਤੇਰਾ ਹੁਣ ਅੰਤ ਸਮਾਂ ਹੈ। ਇਹ ਮੌਤ ਹੀ ਤੈਨੂੰ ਇੱਥੇ ਲੈ ਕਰਕੇ ਆਈ ਹੈ। ਸੋ ਗੁਰਮੁਖ ਪਿਆਰਿਓ, ਭਗਤ ਰਵਿਦਾਸ ਜੀ ਕਿਰਪਾ ਕਰਦੇ ਵੀ ਪ੍ਰਭੂ ਦੇ ਮਿਲਣ ਦੇ ਵਾਸਤੇ ਜੋ 4 ਗੁਣ ਆ, ਜੋ ਵੈਰਾਗ ਆ, ਫਿਰ ਅਨਰਾਗ ਹੈ, ਤੇ ਬਿਨ ਬੈਰਾਗ ਨਾ ਛੂਟ ਸਮਾਇਆ। ਬੈਰਾਗ ਹੈ, ਫਿਰ ਵਿਵੇਕ ਹੈ, ਫਿਰ ਖਟ ਸੰਪਤੀ ਹੈ, ਫਿਰ ਮੋਖ ਹੈ। ਇਹ ਅੰਤਿਸ਼ ਕਰਨ ਦੇ ਇਹ 4 ਗੁਣ ਆ। ਇਸ ਕਰਕੇ ਭਗਤ ਰਵਿਦਾਸ ਜੀ ਨੇ ਕਿਰਪਾ ਕੀਤੀ, ਜੋ ਦਿਨ ਆਵ ਹੈ ਸੋ ਦਿਨ ਜਾਹੀ। ਇਹ ਜੀਵ ਤੂੰ ਦੇਖ, ਜਿਹੜਾ ਦਿਨ ਆ ਗਿਆ ਉਹਨੇ ਮੁੜ ਕੇ ਤੇ ਨਹੀਂ ਆਉਣਾ, ਜਿਹੜਾ ਸਵਾਸ ਆ ਗਿਆ ਉਹਨੇ ਵੀ ਮੁੜ ਕੇ ਨਹੀਂ ਆਉਣਾ, ਜਿਹੜਾ ਛਿਨ ਪਲ ਬੀਤ ਗਿਆ ਉਹਨੇ ਵੀ ਵਾਪਸ ਨਹੀਂ ਆਉਣਾ। ਮਹਾਰਾਜ ਜੀ ਭਗਤ ਰਵਿਦਾਸ ਜੀ ਕਿਰਪਾ ਕਰਦੇ, ਕਰਨਾ ਕੂਚ ਰਹਿਨ ਥਿਰ ਨਾਹੀ। ਕਿਸੇ ਦਾ ਪਕੜਿਆ ਦਿਨ ਨਹੀਂ ਰੁਕ ਸਕਦਾ, ਕਿਸੇ ਦਾ ਪਕੜਿਆ ਪਲ ਨਿਮਕ ਚਸਾ ਘੜੀ ਪਹਿਰ ਨਹੀਂ ਰੁਕ ਸਕਦਾ, ਕਿਸੇ ਦਾ ਪਕੜਿਆ ਸਵਾਸ ਨਹੀਂ ਰੁਕ ਸਕਦਾ। ਕਹਿੰਦੇ ਇੱਕ ਦਿਨ ਇਹ ਜੀਵ ਤੈਨੂੰ ਸੰਸਾਰ ਤੇ ਜਾਣਾ ਪੈਣਾ, ਤੂੰ ਸਦੀਵੀ ਤੌਰ ਤੇ ਇਸ ਧਰਤੀ ਤੇ ਰਹਿ ਨਹੀਂ ਸਕਦਾ। ਇਹ ਅਕਾਲ ਪੁਰਖ ਪਰਮਾਤਮਾ ਦਾ ਅਟਲ ਨਿਯਮ ਹੈ। ਜੋ ਦਿਨ ਆਵ ਹੈ ਸੋ ਦਿਨ ਜਾਹੀ। ਹਰ ਦਿਨ ਦੇ ਪਿੱਛੇ ਰਾਤ ਹੈ, ਹਰ ਰਾਤ ਦੇ ਪਿੱਛੇ ਦਿਨ ਹੈ, ਹਰ ਜਨਮ ਦੇ ਪਿੱਛੇ ਮੌਤ ਹੈ, ਹਰ ਮੌਤ ਦੇ ਪਿੱਛੇ ਜਨਮ ਹੈ। ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਸਿਮਰਨ ਹੈ। ਇਹ ਜੋ ਜੰਮਣ ਮਰਨ ਦੇ ਚੱਕਰ ਚੋਂ ਇਸ ਨੂੰ ਕੱਢ ਕੇ ਆਪਣੇ ਨਾਲ ਮਿਲਾ ਲੈਂਦਾ, ਉਸ ਨੂੰ ਅਸੀਂ ਆਖਦੇ ਹਾਂ ਵੀ ਇਹ ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜਨਮ ਮਰਨ ਦਾ ਗੇੜ ਜਿਸ ਦਾ ਖਤਮ ਹੋ ਜਾਂਦਾ, ਕਰਨਾ ਕੂਚ ਜਾਣਾ ਹੀ ਪੈਣਾ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜੀਨੇ ਤੂੰ ਜਨੇ ਹੋਏ, ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਨ ਓਹੇ। ਸੱਜੇ ਖੱਬੇ ਝਾਤੀ ਤਾਂ ਮਾਰ ਕਿੱਧਰ ਚਲ ਗਏ। ਲੱਭਿਆ ਵੀ ਲੱਭਣੇ ਨਹੀਂ, ਤੇ ਇੱਕ ਦਿਨ ਤੇਰੀ ਵੀ ਐਸੀ ਹਾਲਤ ਹੋਣੀ ਆ, ਤੇ ਤੇਰਾ ਵੀ ਨਾਮ ਨਿਸ਼ਾਨ ਇਸ ਧਰਤੀ ਤੋਂ ਖਤਮ ਹੋ ਜਾਣਾ। ਇਹ ਕੁਝ ਸਮੇਂ ਵਾਸਤੇ ਤੈਨੂੰ ਮਨੁੱਖ ਜਾਮਾ ਮਿਲਿਆ, ਭਜਨ ਬੰਦਗੀ ਕਰ ਲੈ। ਕਰਨਾ ਕੂਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹੰਬ ਭੀ ਚੱਲਣਾ। ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ। ਜਿਸ ਤਰ੍ਹਾਂ ਵੱਡੇ ਵਡੇਰੇ ਚਲ ਗਏ
ਇੱਕ ਦਿਨ ਤੈਂ ਵੀ ਇਸ ਸੰਸਾਰ ਤੋਂ ਚਲੇ ਜਾਣਾ। ਇਹ ਮਨ ਦੇ ਵਿੱਚ ਅਟਲ ਸਚਾਈ ਨੂੰ ਵਸਾ ਲੈ ਤੇ ਸੱਚੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰ ਲੈ, ਭਾਵ ਸਿਮਰਨ ਕਰ ਲੈ। ਦੂਰ ਗਗਨ ਸਿਰ ਉੱਪਰ ਮਰਨਾ, ਤੂੰ ਮੌਤ ਨੂੰ ਬਹੁਤ ਦੂਰ ਸਮਝਿਆ। ਪਰ ਭਗਤ ਰਵਿਦਾਸ ਜੀ ਕਹਿੰਦੇ ਹਰ ਵਕਤ ਤੇਰੇ ਸਿਰ ਤੇ ਕਾਲ ਕੂਕ ਰਿਹਾ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ। ਕਹੋ ਕਉ ਹੈ ਕਾਕਾ। ਜੰਗਲ ਬੀਆਬਾਨ ਦੇ ਵਿੱਚ ਇਹ ਜਿਹੜੇ ਜਾਨਵਰ ਤੁਰੇ ਫਿਰਦੇ ਆ, ਕੋਈ ਭਰੋਸਾ ਥੋੜ੍ਹੋ ਹੈ ਕਦੋਂ ਸ਼ਿਕਾਰੀ ਨੇ ਜੰਗਲ ਬੀਆਬਾਨ ਖੇਤਾਂ 'ਚ ਜਾ ਕਰਕੇ ਸ਼ਿਕਾਰ ਕਰ ਲੈਣਾ, ਕਿੱਧਰੋਂ ਤੀਰ ਆ ਜਾਣਾ, ਕਿੱਧਰੋਂ ਗੋਲੀ ਆ ਜਾਣੀ। ਇਸੇ ਤਰ੍ਹਾਂ ਇਹ ਪੂਰੇ ਸੰਸਾਰ ਦੇ ਵਿੱਚ ਤੁਰਿਆ ਫਿਰਦਾ ਇਹ ਜੀਵ, ਕੋਈ ਪਤਾ ਨਹੀਂ ਮੌਤ ਰੂਪੀ ਸ਼ਿਕਾਰੀ ਨੇ ਕਦੋਂ ਝਪਟ ਮਾਰ ਲੈਣੀ ਆ, ਕਦੋਂ ਇਸ ਦਾ ਸਮਾਂ ਆ ਜਾਣਾ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਪਰ ਜੇਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਉਹ ਮੌਤ ਇੱਕ ਬਹੁਤ ਸੌਖੀ ਆ ਸਕਦੀ ਹੈ ਜੇ ਤੂੰ ਤਿਆਰ ਹੋਵੇਂ ਸਰੀਰ ਛੱਡਣ ਨੂੰ। ਇਹ ਤਿਆਰ ਉਹੀ ਜੀਵ ਹੋ ਸਕਦਾ ਤੇ ਜਿਸ ਨੂੰ ਆਪਣਾ ਤੇ ਪਰਮਾਤਮਾ ਦਾ ਗਿਆਨ ਹੋ ਜਾਵੇ। ਦੂਰ ਗਗਨ ਸਿਰ ਉੱਪਰ ਮਰਨਾ, ਤੇਰੇ ਸਿਰ ਤੇ ਕਾਲ ਕੂਕਦਾ। ਤੂੰ ਮੌਤ ਨੂੰ ਬੜਾ ਲੰਬਾ ਸਮਝ ਲਿਆ, ਬਹੁਤ ਦੂਰ ਸਮਝ ਲਿਆ। ਬੇ ਲੋਕੀ ਮਰਦੇ, ਫਲਾਨਾ ਮਰ ਗਿਆ, ਪਰ ਮੈਂ ਤਾਂ ਨਹੀਂ ਮਰਨਾ। ਇਸੇ ਤਰ੍ਹਾਂ ਇੱਕ ਰਾਹੀ ਵਸਤੀ ਦਾ ਰਸਤਾ ਭੁੱਲ ਗਿਆ, ਨਗਰ ਦਾ। ਮਹਾਤਮਾ ਆਪਣੇ ਆਨੰਦ 'ਚ ਸਿਮਰਨ ਦੇ ਨਾਲ ਜੁੜੇ ਹੋਏ। ਰਾਤ ਆਰੰਭ ਹੋ ਗਈ, ਦਿਨ ਖਤਮ ਹੋ ਗਿਆ, ਜਿਸ ਨੂੰ ਆਪਾਂ ਸੰਧਿਆ ਦਾ ਸਮਾਂ ਘੁਸਮੁਸਾ ਕਹਿ ਦਿੰਦੇ ਹਾਂ। ਨਾ ਦਿਨ ਹੈ ਨਾ ਰਾਤ ਹੈ। ਉਸ ਫਕੀਰ ਨੂੰ ਰਾਹੀ ਨੇ ਪੁੱਛਿਆ ਵੀ ਮੈਂ ਵਸਤੀ ਦਾ ਰਸਤਾ ਭੁੱਲ ਗਿਆ ਤੇ ਤੂੰ ਦੱਸ ਸਕਦਾ? ਮਹਾਤਮਾ ਕਹਿੰਦਾ ਬਿਲਕੁਲ। ਉਂਗਲੀ ਪਕੜੀ, ਸ਼ਮਸ਼ਾਨਾਂ 'ਚ ਲੈ ਗਿਆ। ਜਦੋਂ ਸ਼ਮਸ਼ਾਨਾਂ ਦੇ ਵਿੱਚ ਪਹੁੰਚ ਗਿਆ, ਉਸ ਰਾਹੀ ਨੇ ਕਿਹਾ ਮੈਂ ਤਾਂ ਸੁਣਿਆ ਵੀ ਨਾਮ ਜਪਣ ਵਾਲੇ ਜਿਹੜੇ ਫਕੀਰ ਹੈ, ਇਹ ਸੰਤ ਮਹਾਤਮਾ ਝੂਠ ਨਹੀਂ ਬੋਲਦੇ ਤੇ ਗਲਤ ਰਸਤਾ ਨਹੀਂ ਕਿਸੇ ਨੂੰ ਦੱਸਦੇ। ਤੇ ਤੂੰ ਤਾਂ, ਮੈਂ ਤੈਨੂੰ ਵਸਤੀ ਦਾ ਰਸਤਾ ਪੁੱਛਿਆ ਵੀ ਮੈਨੂੰ ਭੁੱਲ ਗਿਆ ਤੇ ਮੈਨੂੰ ਵਸਤੀ ਦਾ ਰਾਤਾ ਦੱਸ ਦੇ, ਉੱਥੇ ਪਹੁੰਚਾ ਦੇ, ਤੂੰ ਮੈਨੂੰ ਸ਼ਮਸ਼ਾਨਾਂ 'ਚ ਲੈ ਆਇਆ। ਮਹਾਤਮਾ ਕਹਿੰਦਾ ਬੇ ਮੁਆਫ ਕਰਨਾ, ਜਿੰਨੀ ਕੁ ਜ਼ਿੰਦਗੀ ਮੈਂ ਜੀ ਆ, ਇਸ ਜ਼ਿੰਦਗੀ ਦਾ ਮੇਰੇ ਕੋਲ ਜੋ ਰਿਜ਼ਲਟ ਹੈ, ਜੋ ਪੈਮਾਨਾ ਜੋ ਮੈਂ ਦੇਖਿਆ, ਬੇ ਇੱਕੋ ਇਹ ਵਸਤੀ ਦੇਖੀ ਆ ਬੇ ਜਿਹਦੇ ਅਰਥੀ ਇੱਥੇ ਆ ਗਏ ਸ਼ਮਸ਼ਾਨ 'ਚ ਨਾ, ਇੱਥੋਂ ਫਿਰ ਉਹ ਗਿਆ ਨਹੀਂ ਮੁੜ ਕੇ। ਜਿਸ ਨੂੰ ਤੂੰ ਵਸਤੀ ਤੇ ਨਗਰ ਕਹਿੰਦਾ, ਉੱਥੇ ਜਿਹੜਾ ਵੀ ਆਇਆ ਇੱਕ ਦਿਨ ਉਹਦੀ ਅਸਦੀ ਉੱਠਣੀ ਆ। ਉੱਥੇ ਰਿਹਾ ਨਹੀਂ ਕੋਈ ਵੀ ਸਦੀਵੀ ਤੌਰ ਤੇ। ਹਾਂ, ਮੁਰਦੇ ਰੂਪ 'ਚ ਜਿਹੜਾ ਇੱਥੇ ਆ ਗਿਆ, ਮੈਨੂੰ ਤਾਂ ਇਹ ਵਸਤੀ ਲੱਗਦੀ ਹੈ ਵੀ ਜਿੱਥੇ ਇਹ ਆ ਗਿਆ ਉੱਥੋਂ ਜਾਂਦਾ ਤਾਂ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਕਿ ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀ। ਕਹਿੰਦੇ ਜਿਹੜਾ ਸਰੀਰ ਛੱਡ ਦੇਣਾ, ਘਰ ਮਹਿਲ ਵਾੜੀਆਂ ਛੱਡ ਦੇਣੀਆਂ, ਪਦਵੀ ਅਹੁਦੇ ਦੇਸ਼ ਸਮਾਜ ਛੱਡ ਦੇਣਾ, ਇਹ ਗਲੀਆਂ ਬਾਜ਼ਾਰ ਤੇ ਪਦਾਰਥ ਛੱਡ ਦੇਣੇ, ਉੱਥੇ ਪੂਰੇ ਤੌਰ ਤੇ ਇਹ ਜੀਵ ਫਸਿਆ ਹੋਇਆ। ਜਿਹੜਾ ਇਸ ਦਾ ਸਦੀਵੀ ਘਰ ਹੈ, ਨਿੱਜ ਘਰ ਹੈ, ਕਹਿੰਦੇ ਉਹਦੀ ਚਿੰਤਾ ਹੀ ਨਹੀਂ। ਜੋ ਸਦਾ ਦਾ ਟਿਕਾਣਾ, ਉਸ ਦੀ ਕੋਈ ਇਸ ਨੂੰ ਚਿੰਤਾ ਨਹੀਂ। ਜੋ ਮੁਸਾਫਰਖਾਨਾ, ਉਸ ਨੂੰ ਇਸ ਨੇ ਆਪਣਾ ਘਰ ਸਮਝ ਲਿਆ। ਕਿਆ ਤੂੰ ਸੋਇਆ ਜਾਗ ਏ ਆਨਾ,
ਭਗਤ ਰਵਿਦਾਸ ਜੀ ਕਹਿੰਦੇ, ਹੇ ਬਾਬਰਿਆ, ਹੇ ਪਾਗਲ ਮਨੁੱਖ, ਤੂੰ ਜਾਗ ਜਾਗ ਲਿਹੋ, ਰੇ ਮਨਾ ਜਾਗ ਲਿਹੋ, ਕਾਹਾਂ ਗਾਫਲ ਸੋਇਆ। ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਇਹ ਰਾਤ ਦਾ ਸੁਪਨਾ ਹੀ ਹੈ। ਅੰਤਰ ਐਨਾ ਕਿਆ ਵੀ ਰਾਤ ਨੂੰ ਗੂੜੀ ਨੀਂਦ ਦੇ ਵਿੱਚ ਤੈਨੂੰ ਸੁਪਨਾ ਆਉਂਦਾ ਤੇ ਤੂੰ ਸੱਚ ਮੰਨ ਲੈਣਾ। ਇਹ 100, 50, 80, 70, 90 ਸਾਲ ਦਾ ਸੁਪਨਾ, ਇਹ ਅੱਖ ਖੁੱਲੀ ਦਾ ਸੁਪਨਾ ਹੈ। ਇਹ ਸੁਪਨਾ ਹੈ, ਇਹ ਸਥਿਰ ਨਹੀਂ। ਜਦੋਂ ਮੌਤ ਨੇ ਆ ਕੇ ਜਗਾਉਣਾ ਤੇ ਤੂੰ ਸਾਰੀ ਜ਼ਿੰਦਗੀ ਨੂੰ ਇੱਕ ਸੁਪਨੇ ਦੀ ਨਿਆਈ ਮਹਿਸੂਸ ਕਰਨਾ। ਤੇ ਰਾਤ ਦਾ ਸੁਪਨਾ ਜਦੋਂ ਅੱਖ ਖੁੱਲ੍ਹਦੀ ਤੈਨੂੰ ਜਾਗ ਆਉਂਦੀ ਆ, ਉਦੋਂ ਖਤਮ ਹੋ ਜਾਂਦਾ ਹੈ। ਦੋਨੋਂ ਹੀ ਸੁਪਨਾ ਹੈ। ਉਹ ਸੁੱਤੇ ਦਾ ਹੈ, ਅੱਖ ਮੀਚੀ ਦਾ, ਤੇ ਅੱਖ ਖੁੱਲ੍ਹੀ ਦਾ। ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਰਵਿਦਾਸ ਜੀ ਕਹਿੰਦੇ, ਇਸ ਕਰਕੇ ਤੈਨੂੰ ਮੈਂ ਜਗਾ ਰਿਹਾ ਬੇ ਜੋ ਸੱਚ ਹੈ ਤੈਨੂੰ ਝੂਠ ਪ੍ਰਤੀਤ ਹੋ ਰਿਹਾ, ਜਿਹੜਾ ਝੂਠ ਹੈ ਤੈਨੂੰ ਸੱਚ ਪ੍ਰਤੀਤ ਹੋ ਰਿਹਾ। ਜਿਹੜਾ ਸੱਚਾ ਘਰ ਪਰਮਾਤਮਾ ਦਾ, ਉੱਥੇ ਜਾਣ ਵਾਸਤੇ ਕੋਈ ਕੋਸ਼ਿਸ਼, ਕੋਈ ਉਪਰਾਲਾ, ਕੋਈ ਪ੍ਰਯਾਸ, ਕੋਈ ਉਦਮ ਨਹੀਂ ਕਰ ਰਿਹਾ। ਜਿਹੜਾ ਘਰ ਛੱਡ ਕੇ ਚਲੇ ਜਾਣਾ ਤੂੰ ਦਿਨ ਰਾਤ ਇੱਕ ਕਰਕੇ ਉਹਨੂੰ ਸਵਾਰਨ 'ਚ ਲੱਗਾ ਹੋਇਆ। ਰਹਾਉ ਵਿਸਰਾਮ ਦੇ ਕੇ ਭਗਤ ਰਵਿਦਾਸ ਜੀ ਕਿਰਪਾ ਕਰਦੇ। ਜਿਨ ਜੀਓ ਦੀਆ ਸੋ ਰਿਜਕ ਅੰਬਰ ਆਵੈ। ਕਹਿੰਦੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੇ ਇਹ ਸਰੀਰ ਬਣਾ ਕੇ ਇਸ ਦੇ ਵਿੱਚ ਜੀਵ ਰੱਖਿਆ। ਹਰ ਇੱਕ ਜੀਵ ਦੀ ਰੋਜੀ ਦਾ ਪ੍ਰਬੰਧ, ਜਿੱਥੇ ਜਿੱਥੇ ਜੀਵ ਦਾ ਜਨਮ ਹੋਇਆ ਉੱਥੇ ਉੱਥੇ ਪਰਮਾਤਮਾ ਨੇ ਕੀਤਾ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਪਹਿਲੋ ਦੇਤੈ ਰਿਜਕ ਸੰਭਾਹਾ, ਪਿੱਛੋਂ ਦੇਤੈ ਜੰਤ ਉਪਾਹਾ। ਉਹ ਐਸਾ ਪਰਮਾਤਮਾ ਜਿੱਥੇ ਜੀਵ ਨੂੰ ਜਨਮ ਦਿੰਦਾ ਉੱਥੇ ਹੀ ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਸਭ ਘਟ ਭੀਤਰ ਹਾਟ ਚਲਾਵੈ। ਇਸ ਸਰੀਰ ਦੇ ਅੰਦਰ ਜੋ ਇੰਦਰੀਆਂ, ਜੋ ਮਸ਼ੀਨਰੀ, ਜੋ ਕੁਛ ਵੀ ਚੱਲ ਰਿਹਾ, ਇਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਹੁਕਮ ਦੇ ਨਾਲ ਚੱਲ ਰਿਹਾ। ਕਣ ਕਣ ਰਾਮ ਰਾਮ ਦੇ ਵਿੱਚ ਤੇਰੇ ਅੰਦਰ ਬਾਹਰ ਰਮਿਆ ਹੋਇਆ ਰਾਮ ਅਕਾਲ ਪੁਰਖ ਹੈ। ਇਸ ਕਰਕੇ ਕਰ ਬੰਦਗੀ ਛਾੜ ਮੈਂ ਮੇਰਾ, ਮਮਤਾ ਹੰਕਤਾ ਹਉਮੈ ਹੰਕਾਰ ਨੂੰ ਛੱਡ ਦੇ ਤੇ ਬੰਦਗੀ ਕਰ ਲੈ, ਤੇਰਾ ਜੀਵਨ ਸਫਲ ਹੋ ਜਾਵੇਗਾ। ਹਿਰਦੈ ਨਾਮ ਸਮਾਰ ਸਵੇਰਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰ। ਜਦੋਂ ਵੀ ਕੰਨਾਂ 'ਚ ਪਰਮਾਤਮਾ ਦਾ ਨਾਮ ਪਵੇ, ਸਾਵਧਾਨ ਹੋ ਕੇ ਸਿਮਰਨ ਬੰਦਗੀ ਕਰ। ਰਾਮ ਸਿਮਰ, ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਜਨਮ ਸਰਾਨੋ ਪੰਥ ਨਾ ਸਵਾਰਾ। ਕਹਿੰਦੇ ਜਨਮ ਜਾ ਰਿਹਾ, ਛਿਣ ਛਿਣ ਔਧ ਬਿਹਾਤ ਹੈ, ਪਰ ਤੂੰ ਉਸ ਰਸਤੇ ਦੀ ਖਬਰ ਨਾ ਪਾਈ। ਉਸ ਰਾਤੇ ਦੇ ਵਾਸਤੇ ਤੋਸਾ ਨਹੀਂ ਬੰਨਿਆ, ਉਸ ਰਾਤੇ ਦਾ ਗਿਆਨ ਪ੍ਰਾਪਤ ਨਹੀਂ ਕੀਤਾ, ਜਿਸ ਰਾਤੇ ਤੇ ਚੱਲ ਕੇ ਪਰਮਾਤਮਾ ਦੇ ਨਾਲ ਤੇਰਾ ਮਿਲਾਪ ਹੋਣਾ ਸੀ। ਸਾਂਝ ਪਰੇ ਦਾ ਜਿਸ ਅੰਧਿਆਰਾ। ਕਹਿੰਦੇ ਜਦੋਂ ਵਡੇਪਾ ਆ ਗਿਆ ਨਾ ਇਸ ਸਰੀਰ ਦਾ, ਸਾਰੀਆਂ ਇੰਦਰੀਆਂ ਨੇ ਜਦੋਂ ਕਮਜ਼ੋਰ ਤੇ ਤਾਕਤ ਆਪਣਾ ਬਲ ਛੱਡ ਦਿੱਤਾ, ਤੈਨੂੰ ਦਿਨੇ ਕੁਛ ਦਿਖਣਾ ਨਹੀਂ। ਜਦੋਂ ਅੱਖਾਂ ਨੇ ਦੇਖਣਾ ਬੰਦ ਕਰਤਾ, ਵਡੇਪੇ ਤੋਂ ਪਹਿਲਾਂ ਪਹਿਲਾਂ ਬੰਦਗੀ ਭਗਤੀ ਸਿਮਰਨ ਕਰਕੇ ਪਰਮਾਤਮਾ ਦੇ ਰਸਤੇ ਦਾ ਪੈਂਡਾ ਤੈਅ ਕਰਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੀਤੀ ਬਣਾ ਲੈ। ਕਹਿ ਰਵਿਦਾਸ ਨਿਦਾਨ ਦੀਵਾਨੇ, ਹੇ ਮੂਰਖ ਹੇ ਪਾਗਲ ਹੇ ਜੀਵ, ਚੇਤਸ ਨਾਹੀ ਦੁਨੀਆ ਫਨ ਖਾਨੇ। ਇਹ ਦੁਨੀਆ 4 ਦਿਨ ਦੀ, ਇਹ ਮੁਸਾਫਰ ਖਾਨਾ, ਸਦਾ ਦਾ ਇੱਥੇ ਰਹਿਣ ਦਾ ਟਿਕਾਣਾ ਨਹੀਂ। ਤੂੰ ਪਰਮਾਤਮਾ ਪਰਮੇਸ਼ਰ ਨੂੰ ਭੁੱਲ ਕੇ ਇਹ ਬੇਕੀਮਤੀ ਸਮੇਂ ਨੂੰ ਬਰਬਾਦ ਨਾ ਕਰ। ਹੋਈਆਂ ਗਲਤੀਆਂ ਦੀ ਖਿਮਾ ਭਗਤ ਰਵਿਦਾਸ ਜੀ ਨੇ ਜੋ ਬਖਸ਼ਿਸ਼ ਕੀਤੀ। ਜਨਮ ਸਰਾਨੋ ਪੰਥ ਨਾ ਸਵਾਰਾ। ਜੀਵਨ ਦਾ ਸਮਾਂ ਚਲੇ ਗਿਆ, ਪਰ ਉਸ ਰਾਤੇ ਦਾ ਜੋ ਕਿਰਾਇਆ ਭਾੜਾ ਤੂੰ ਤਿਆਰ ਨਹੀਂ ਕੀਤਾ, ਉਸ ਰਾਤੇ ਨੂੰ ਸਾਫ਼ ਨਹੀਂ ਕੀਤਾ,
ਕੋਈ ਸਫ਼ਰ ਆਰੰਭ ਨਹੀਂ ਕੀਤਾ। ਸਾਂਝ ਪਰੀ ਦੈ ਦਸ ਅੰਧਿਆਰਾ, ਇਹ ਸਰੀਰ ਚਲੇ ਗਿਆ, ਬਿਰਧ ਹੋ ਗਿਆ। ਤੇ ਤੂੰ ਇਸ ਬਚਪਨ ਦੇ ਵਿੱਚ, ਜਵਾਨੀ ਦੇ ਵਿੱਚ ਭਜਨ ਬੰਦਗੀ ਤੋਂ ਖਾਲੀ ਰਹਿ ਕਰਕੇ ਅੰਦਰ ਬਾਹਰ ਅਗਿਆਨਤਾ ਦੇ ਅੰਧੇਰੇ 'ਚ ਜੀਵਨ ਬਰਬਾਦ ਕਰਤਾ। ਕਹਿ ਰਵਿਦਾਸ ਨਿਦਾਨ ਦਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।